ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁਖ ਹੈ, ਮਨ ਮੁਖ ਧਿਆਨ ਨ ਲਾਗੈ। ਦੁਖ ਵਿੱਚ ਕਾਰ ਕਮਾਵਣੀ, ਦੁਖ ਵਰਤੈ ਦੁਖ ਆਗੈ। ਅੰਦਰ ਕਪਟ ਸਦਾ ਦੁਖ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗ ਜੁਗ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਬਿਲਾਵਲ ਦੀ ਵਾਰ ਦਾ ਇਹ 7ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਅੰਦਰ ਕਪਟ ਸਦਾ ਦੁਖ ਹੈ। ਜਿਨ੍ਹਾਂ ਮਨਮੁਖ ਪੁਰਖਾਂ ਦੇ ਹਿਰਦੇ ਅੰਦਰ ਕਪਟ ਛਲ ਫਰੇਬ ਹੈ, ਉਹਨਾਂ ਦਾ ਮਨ ਹਮੇਸ਼ਾ ਹੀ ਕਸ਼ਟਾਂ ਦੁੱਖਾਂ ਦੇ ਸਹਿਤ ਰਹਿੰਦਾ ਹੈ। ਮਨ ਮੁਖ ਧਿਆਨ ਨ ਲਾਗੈ। ਅਤੇ ਭਾਵੇਂ ਉਹ ਦਿਖਾਵੇ ਮਾਤਰ ਅੱਖਾਂ ਬੰਦ ਕਰਕੇ ਸਮਾਧੀ ਲਾਉਂਦੇ ਨੇ, ਪਰ ਮਨਮੁਖ ਪੁਰਖਾਂ ਦਾ ਸੱਚ ਸਰੂਪ ਜਾਂ ਪ੍ਰਭੂ ਚਰਨਾਂ ਵਿੱਚ ਧਿਆਨ ਨਹੀਂ ਲੱਗਦਾ, ਜਾਂ ਮਨਮੁਖਤਾ ਵਾਲੇ ਕਰਮਾਂ ਕਰਕੇ ਪਰਮੇਸ਼ਰ ਗੁਰਾਂ ਦੇ ਉਪਦੇਸ਼ ਵਿੱਚ ਉਹਨਾਂ ਦਾ ਧਿਆਨ ਨਹੀਂ ਲੱਗਦਾ, ਧਿਆਨ ਨਹੀਂ ਜੁੜਦਾ। ਦੁੱਖ ਵਿੱਚ ਕਾਰ ਕਮਾਵਣੀ। ਜਿਸ ਕਿਰਤ ਦੇ ਵਿੱਚ ਦੁੱਖ ਹੈ, ਕਸ਼ਟ ਹੈ, ਮਨਮੁਖ ਉਹ ਕਿਰਤ ਕਮਾਉਣੀ ਕਰਦੇ ਹਨ। ਦੁੱਖ ਵਰਤੈ ਦੁੱਖ ਆਗੈ। ਇਸੇ ਕਰਕੇ ਮਨਮੁਖ ਪੁਰਖਾਂ ਨੂੰ ਇੱਥੇ ਦੁੱਖ ਵਰਤਦਾ ਪ੍ਰਾਪਤ ਹੁੰਦਾ ਅਤੇ ਅੱਗੇ ਪਰਲੋਕ ਵਿੱਚ ਵੀ ਦੁੱਖ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਦੁੱਖ ਵਿੱਚ ਕਾਰ ਕਮਾਵਣੀ। ਮਨਮੁਖਾਂ ਨੇ ਪਿੱਛੇ ਵੀ ਦੁੱਖਾਂ ਦੀ ਕਾਰ ਕਮਾਉਣਾ ਕੀਤੀ ਸੀ, ਹੁਣ ਵੀ ਦੁੱਖ ਵਿੱਚ ਵਰਤਦੇ ਹਨ। ਦੁੱਖ ਵਰਤੈ ਦੁੱਖ ਆਗੈ। ਹੁਣ ਵੀ ਦੁੱਖਾਂ 'ਚ ਵਰਤਦੇ ਨੇ ਔਰ ਅੱਗੇ ਜਾ ਕੇ ਵੀ ਦੁੱਖ ਹੀ ਭੋਗਣਗੇ। ਕਰਮੀ ਸਤਿਗੁਰ ਭੇਟੀਐ। ਪੂਰਬਲੇ ਨਿਸ਼ਕਾਮ ਕਰਮਾਂ ਸਦਕਾ ਹੀ ਸੱਚੇ ਗੁਰੂ ਦੇ ਨਾਲ ਮਿਲਣਾ ਕਰੀਦਾ ਹੈ।
ਇਸੇ ਪ੍ਰਕਾਰ ਕਰਮੀ ਸਤਿਗੁਰਾ ਭੇਟੀਐ ਸੱਚੇ ਗੁਰੂ ਦੀ ਕਿਰਪਾ ਕਰਕੇ ਹੀ ਪਰਮੇਸ਼ਰ ਨੂੰ ਮਿਲਣਾ ਕਰੀਦਾ ਹੈ। ਤਾਂ ਸੱਚ ਨਾਮ ਲਿਵ ਲਾਗੈ ਤਾਂ ਹੀ ਸੱਚੇ ਨਾਮ ਦੇ ਵਿੱਚ ਚਿੱਤ ਦੀ ਲਿਵ ਬਿਰਤੀ ਲੱਗਦੀ ਹੈ, ਜੁੜਦੀ ਹੈ। ਨਾਨਕ ਸਹਿਜੇ ਸੁਖ ਹੋਏ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸੁਤੇ ਸਿੱਧ ਹੀ ਆਤਮਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅੰਦਰ ਹਉ ਪਰਮ ਪਉ ਭਾਗੈ ਅਤੇ ਹਿਰਦੇ ਦੇ ਅੰਦਰੋਂ 5 ਪ੍ਰਕਾਰ ਦਾ ਭਰਮ ਦੇ 7 ਪ੍ਰਕਾਰ ਦਾ ਡਰ ਵੀ ਭੱਜ ਜਾਂਦਾ, ਦੌੜ ਜਾਂਦਾ ਹੈ। ਮਹੱਲਾ ਤੀਜਾ ਸਤਿਗੁਰੂ ਅਮਰਦਾਸ ਸਾਹਿਬ ਤੀਜੇ ਪਾਤਸ਼ਾਹ ਸ਼ੋ ਪਾਵਨ ਫੁਰਮਾਨ ਕਰਦੇ ਹਨ। ਗੁਰਮੁਖ ਸਦਾ ਹਰ ਰੰਗ ਇਹ ਹੈ ਭਾਈ ਗੁਰਮੁਖ ਜਨਾਂ ਨੂੰ ਹਮੇਸ਼ਾ ਹੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਪ੍ਰੇਮ ਰੂਪ ਰੰਗ ਚੜ੍ਹਿਆ ਰਹਿੰਦਾ ਹੈ ਜਾਂ ਪ੍ਰਭੂ ਦਾ ਆਨੰਦ ਪ੍ਰਾਪਤ ਹੁੰਦਾ ਹੈ। ਹਰ ਕਾ ਨਾਮ ਮਨ ਪਾਇਆ ਇਸ ਲਈ ਹਰੀ ਪਰਮੇਸ਼ਰ ਦਾ ਨਾਮ ਉਹਨਾਂ ਦੇ ਮਨ, ਉਹਨਾਂ ਦੇ ਚਿੱਤ ਵਿੱਚ ਚੰਗਾ ਲੱਗਦਾ ਹੈ। ਗੁਰਮੁਖਾ ਵੇਖਣ ਬੋਲਣਾ ਗੁਰਮੁਖ ਜਨ ਹਰੀ ਨੂੰ ਵੇਖਣਾ ਕਰਦੇ ਨੇ ਅਤੇ ਹਰੀ ਦਾ ਜਸ ਹੀ ਬਾਣੀ ਕਰਕੇ ਬੋਲਣਾ ਕਥਨ ਕਰਦੇ ਹਨ। ਨਾਮ ਜਪਤ ਸੁਖ ਪਾਇਆ ਅਤੇ ਮਨ ਕਰਕੇ ਨਾਮ ਜਪਦੇ ਸਿਮਰਦੇ ਹਨ। ਇਸੇ ਕਰਕੇ ਗੁਰਮੁਖ ਜਨਾਂ ਨੇ ਸੁਖ ਆਨੰਦ ਸਰੂਪ ਪਰਮੇਸ਼ਰ ਨੂੰ ਪਾ ਲਿਆ ਹੈ। ਨਾਨਕਾ ਗੁਰਮੁਖ ਗਿਆਨ ਪਰਗਾਸਿਆ ਜਾਂ ਗੁਰਮੁਖ ਜਨਾਂ ਦੇ ਹਿਰਦੇ ਅੰਦਰ ਉਹੀ ਪਰਮੇਸ਼ਰ ਵੇਖਦਾ ਹੈ, ਉਹੀ ਬੋਲਦਾ ਹੈ ਤੇ ਉਹ ਆਪ ਹੀ ਨਾਮ ਜਪ ਕੇ ਆਪਣਾ ਸੁਖ ਸਰੂਪ ਨੂੰ ਪਾਉਂਦਾ ਹੈ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਗੁਰਮੁਖ ਜਨਾਂ ਦੇ ਹਿਰਦੇ ਅੰਦਰ ਗੁਰੂ ਉਪਦੇਸ਼ ਦੁਆਰਾ ਨਾਮ ਜਪ ਕੇ ਸਰੂਪ ਦੇ ਗਿਆਨ ਦਾ ਪ੍ਰਕਾਸ਼ ਹੋ ਆਇਆ ਹੈ। ਤਿਮਰ ਅਗਿਆਨ ਅੰਧੇਰ ਛੁਕਾਇਆ ਅਤੇ ਗੁਰਾਂ ਨੇ ਗੁਰਮੁਖਾਂ ਦੇ ਅੰਦਰੋਂ ਅਤਿਸ਼ੈ ਕਰਕੇ ਅਗਿਆਨ ਨੂੰ ਹਨੇਰਾ ਚੁਕਾ ਦਿੱਤਾ, ਦੂਰ ਕਰ ਦਿੱਤਾ ਹੈ। ਜਾਂ ਅਗਿਆਨ ਰੂਪ ਅਤਿਅੰਤ ਕੋ ਹਨੇਰਾ ਚੁਕਾ ਦਿੱਤਾ ਹੈ। ਜਾਂ ਅਗਿਆਨ ਦੀ ਅਭਾਨਾਪਾਤ ਸ਼ਕਤੀ ਦਾ ਹਨੇਰਾ ਤੇ ਅਸਤਵਾਪਾਤ ਸ਼ਕਤੀ ਦਾ ਹਨੇਰਾ ਚੁਕਾ ਦਿੱਤਾ ਹੈ। ਮਹੱਲਾ ਤੀਜਾ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ। ਮਨ ਮੁਖ ਮੈਲੇ ਮਰਹਿ ਗਵਾਰ ਆਪਣੇ ਮਨ ਨੂੰ ਹੀ ਮੁਖੀ ਬਣਾਉਣ ਵਾਲੇ ਪੁਰਖ ਪਾਪਾਂ ਕਰਕੇ ਮੈਲੇ ਹਨ। ਇਸੇ ਕਰਕੇ ਬੇਸਮਝ ਮਨਮੁਖ ਪੁਰਖ ਜੰਮਦੇ ਅਤੇ ਮਰਦੇ ਰਹਿੰਦੇ ਹਨ। ਗੁਰਮੁਖ ਨਿਰਮਲ ਹਰ ਰਾਖਿਆ ਔਰ ਤਾਰ ਗੁਰਮੁਖ ਜਨਾਂ ਦਾ ਮਨ ਨਿਰਮਲ ਉਜਲ ਹੈ, ਪਾਪਾਂ ਨੂੰ ਮੈਲ ਤੋਂ ਰਹਿਤ ਹੈ, ਕਿਉਂਕਿ ਉਹਨਾਂ ਨੇ ਆਪਣੇ ਉਰੇ ਹਿਰਦੇ ਵਿੱਚ ਹਰੀ ਪਰਮੇਸ਼ਰ ਨੂੰ ਧਾਰਨ ਕਰਕੇ ਵਸਾ ਕੇ ਰੱਖਣਾ ਕੀਤਾ ਹੈ। ਭਨਤ ਨਾਨਕਾ ਸੁਨਹੁ ਜਨ ਪਾਈ ਸਤਿਗੁਰੂ ਸਾਹਿਬ ਜੀ ਭਣਤ ਕਥਨ ਕਰਦੇ ਨੇ ਕਿ ਹੇ ਜਨ ਪੁਰਖੋ ਤੇ ਚੇਤਨ ਦੀ ਅੰਸ਼ ਹੋਣ ਕਰਕੇ ਭਾਈ ਭਰਾਵੋ ਪ੍ਰੇਮ ਦੇ ਨਾਲ ਸਾਡੇ ਬਚਨਾਂ ਨੂੰ ਸਰਵਣ ਕਰੋ ਕਿ ਸਤਿਗੁਰ ਸੇਵਾ ਹਉ ਮੈਂ ਮਲ ਜਾਈ ਤੁਸੀਂ ਸੱਚੇ ਗੁਰੂ ਨੂੰ ਸੇਵਨਾ ਅਰਾਧਨਾ ਕਰੋ ਤਾਂ ਫਿਰ ਹਉਮੈ ਹੰਗਤਾ ਰੂਪ ਜਿਹੜੀ ਮੈਲ ਹੈ ਉਤਰ ਜਾਵੇਗੀ, ਤੁਹਾਡੇ ਅੰਦਰੋਂ ਚਲੀ ਜਾਵੇਗੀ। ਅੰਦਰ ਸੰਸਾ ਦੁਖ ਵਿਆਪੇ ਮਨਮੁਖ ਪੁਰਖਾਂ ਦੇ ਹਿਰਦੇ ਅੰਦਰ, ਉਹਨਾਂ ਦੇ ਹਿਰਦੇ ਵਿੱਚ ਪ੍ਰਮਾਣਗਤ ਸੰਸਾ, ਪਰਮੇਗਤ ਆਦਿਕ ਸੰਸਾ ਹੈ। ਇਸੇ ਕਰਕੇ
ਉਹਨਾਂ ਨੂੰ ਜਮਨ ਮਰਨ ਦਾ ਦੁੱਖ ਲੱਗਿਆ ਹੋਇਆ ਹੈ। ਇਸੇ ਪ੍ਰਕਾਰ ਅੰਦਰ ਸੰਸਾ ਦੁਖ ਵਿਆਪੇ, ਉਹਨਾਂ ਦੇ ਹਿਰਦੇ ਅੰਦਰ ਦੁਖਦਾਇਕ ਸੰਸਾ ਲੱਗਾ ਹੋਇਆ ਹੈ। ਸਿਰ ਧੰਦਾ ਨਿਤ ਮਾਰ, ਕਿਉਂਕਿ ਨਿਤਾ ਪ੍ਰਤੀ ਧੰਦਿਆਂ 'ਚ ਸਿਰ ਮਾਰਦੇ ਰਹਿੰਦੇ ਨੇ, ਭਾਵ ਧੰਦਿਆਂ 'ਚ ਹੀ ਪ੍ਰਵਿਰਤ ਰਹਿੰਦੇ ਹਨ। ਦੂਜੈ ਪਾਏ ਸੂਤੇ ਕਬਹੁ ਨਾ ਜਾਗਹਿ, ਮਨਮੁਖ ਦਵੈਤ ਭਾਵ ਕਰਕੇ ਅਵਿਦਿਆ ਰੂਪ ਨੀਂਦ ਸੁੱਤੇ ਹੋਏ ਨੇ, ਕਦੇ ਵੀ ਗਿਆਨ ਅਵਸਥਾ ਵਿੱਚ ਜਾਗਦੇ ਨਹੀਂ ਹਨ। ਮਾਇਆ ਮੋਹ ਪਿਆਰ, ਕਿਉਂਕਿ ਉਹਨਾਂ ਦੇ ਹਿਰਦੇ ਨੂੰ ਮਾਇਆ ਦੇ ਮੋਹ ਦਾ ਐਸਾ ਪ੍ਰੇਮ ਚੰਬੜਿਆ ਹੋਇਆ ਹੈ। ਨਾਮ ਨ ਚੇਤਾ ਹੈ ਸ਼ਬਦ ਨਾ ਵਿਚਾਰ ਹੈ, ਪਰਮੇਸ਼ਰ ਦੇ ਨਾਮ ਨੂੰ ਯਾਦ ਨਹੀਂ ਕਰਦੇ, ਗੁਰੂ ਉਪਦੇਸ਼ ਨੂੰ ਸੰਗਤ 'ਚ ਮਿਲ ਕੇ ਵਿਚਾਰਦੇ ਨਹੀਂ ਹਨ। ਇਹੋ ਮਨ ਮੁਖ ਕਾ ਵਿਚਾਰ, ਇਹ ਮਨਮੁਖ ਪੁਰਖ ਦਾ ਨਿਰਣਾ ਜਾਣ ਲੈਣਾ ਕਰੋ। ਹਰ ਨਾਮ ਨ ਪਾਇਆ ਬਿਰਥ ਜਨਮ ਗਵਾਇਆ, ਮਨਮੁਖ ਪੁਰਖਾਂ ਨੂੰ ਪਰਮੇਸ਼ਰ ਦਾ ਨਾਮ ਚੰਗਾ ਨਹੀਂ ਲੱਗਦਾ, ਇਸੇ ਕਰਕੇ ਉਹਨਾਂ ਨੇ ਵਿਸ਼ਿਆਂ 'ਚ ਲਾ ਕੇ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ ਹੈ। ਨਾਨਕ ਜਮ ਮਾਰ ਕਰੇ ਖੁਵਾਰ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਐਸੇ ਮਨਮੁਖ ਪੁਰਖਾਂ ਨੂੰ ਅੰਤ ਸਮੇਂ ਯਮਦੂਤ ਮਾਰ ਮਾਰ ਕੇ ਖਰਾਬ ਕਰਦਾ, ਭਾਵ ਜੂਨਾਂ 'ਚ ਨਰਕਾਂ 'ਚ ਪਾ ਕੇ ਖਰਾਬ ਕਰਦਾ ਹੈ। ਪੌੜੀ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸੋਢੀ ਸੁਲਤਾਨ, ਇਹ ਬਿਲਾਵਲ ਦੀ ਵਾਰ ਇਹਨਾਂ ਦੀ ਹੈ, ਇਸ ਕਰਕੇ ਪੌੜੀ ਵੀ ਗੁਰੂ ਰਾਮਦਾਸ ਸਾਹਿਬ ਦੀ ਹੈ, ਉਚਾਰ ਰਹੇ ਨੇ। ਜਿਸ ਨੂੰ ਹਰ ਭਗਤ ਸੱਚ ਬਖਸ਼ੀਆਨ, ਜਿਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਗੁਰਾਂ ਨੇ ਸੱਚੀ ਭਗਤੀ ਬਖਸ਼ ਦਿੱਤੀ ਹੈ, ਸੋ ਸੱਚਾ ਸਾਹੋ, ਉਹ ਸੰਤ ਜਨ ਨਾਮ ਰੂਪ ਵਣਜ ਕਰਨ ਵਾਲਾ ਸੱਚਾ ਸ਼ਾਹੂਕਾਰ ਹੈ। ਤਿਸ ਕੀ ਮੁਹਤਾਜੀ ਲੋਕ ਕੱਢਦਾ, ਉਸ ਸੰਤ ਦੀ ਮੁਤਾਜਗੀ ਸਾਰੇ ਮਨੁੱਖਾਂ ਦਾ ਸਮੁਦਾਇ, ਸਾਰੇ ਲੋਕ ਕੱਢਦੇ, ਭਾਵ ਪਦਾਰਥ ਦੀ, ਸੁੱਖਾਂ ਦੀ ਜਾਂ ਨਾਮ ਦੀ ਪ੍ਰਾਪਤੀ ਲਈ ਸੰਤ ਜਨਾਂ ਦੇ ਅੱਗੇ ਲੇਲਕੜੀਆਂ ਸੰਸਾਰ ਕੱਢਦਾ ਹੈ। ਔਰਤ ਹਟ ਨਾ ਵਤ ਨਾ ਵਿਸਾਹੋ, ਕਿਉਂਕਿ ਹੋਰ ਵੀ ਸਰੀਰ ਰੂਪੀ ਜਾਂ ਕਿਸੇ ਦੀ ਸੰਗਤ ਰੂਪੀ ਦੁਕਾਨ ਤੋਂ ਨਾਮ ਰੂਪੀ ਵਸਤੂ ਦੇ ਤਾਂ ਹੀ ਖਰੀਦਿਆ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਤੋਂ ਵੀ ਨਹੀਂ ਪ੍ਰਾਪਤ ਹੋ ਸਕਦਾ। ਭਗਤ ਜਨਾ ਕਉ ਸਨਮੁਖ ਹੋਵੈ, ਜਿਹੜਾ ਪੁਰਖ ਆਪਣੇ ਅੰਦਰੋਂ ਕਪੜ ਛੱਡ ਕੇ ਭਗਤ ਜਨਾਂ ਦੇ ਸਾਹਮਣੇ ਹੋ ਜਾਂਦਾ ਹੈ, ਸੋ ਹਰ ਰਾਸ ਲਾਏ ਵੇ ਮੁਖ ਭਸ ਪਾਹੋ, ਉਹ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸ਼ਰਧਾ ਰੂਪੀ ਪੂੰਜੀ ਲੈ ਲੈਂਦਾ ਹੈ, ਜਾਂ ਪਰਮੇਸ਼ਰ ਦੀ ਨਾਮ ਰੂਪ ਸਚਿਆਈ ਨੂੰ ਲੈ ਲੈਂਦਾ, ਤੇ ਦੂਸਰੇ ਪਾਸੇ ਮੁਖ ਵਾਲੇ ਬੇਮੁਖ ਭਾਵ ਮਨਮੁਖ ਪੁਰਖ ਦੇ ਲਾਹਣਤਾਂ ਰੂਪੀ ਭਸ ਸੁਆਹ ਪੈਂਦੀ ਹੈ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ, ਹਰੀ ਪਰਮੇਸ਼ਰ ਦੇ ਨਾਮ ਦੇ ਵਣਜ ਕਰਨ ਵਾਲੇ ਵਪਾਰੀ ਪਰਮੇਸ਼ਰ ਦੇ ਭਗਤ ਹੀ ਹਨ। ਜਮ ਜਾਗਤੀ ਤਿਨ ਨੇੜ ਨ ਜਾਹੋ, ਕਰਮਾਂ ਧਰਮਾਂ ਦੀ ਜ਼ਕਾਤ ਟੈਕਸ ਲੈਣ ਵਾਲਾ ਜਿਹੜਾ ਯਮਦੂਤ ਹੈ ਉਹਨਾਂ ਦੇ ਨਜ਼ਦੀਕ ਨਹੀਂ ਜਾਂਦਾ। ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ। ਜਨ ਨਾਨਕ ਹਰ ਨਾਮ ਧਨ ਲੱਦਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਦਾਸਾਂ ਨੇ ਤਾਂ ਹਰੀ ਪਰਮੇਸ਼ਰ ਦੇ ਨਾਮ ਰੂਪ ਧਨ ਨੂੰ ਆਪਣੇ ਅੰਤਿਕਰਨ ਰੂਪ ਗੱਡੇ ਤੇ
ਲੱਦਣਾ ਕੀਤਾ ਹੈ। ਸਦਾ ਵੇ ਪਰਵਾਹੋ ਜਿਸ ਕਰਕੇ ਅਸੀਂ ਹਮੇਸ਼ਾ ਹੀ ਬੇਮੁਹਤਾਜ ਹੋ ਗਏ ਹਾਂ। ਸੋ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਇਸ ਜੁਗ ਮਹਿ ਭਗਤੀ ਹਰ ਧਨ ਖਟਿਆ। ਇਸ ਕਲਯੁਗ ਦੇ ਸਮੇਂ ਵਿੱਚ ਜਾਂ ਇਸ ਚੌਹਾਂ ਯੁਗਾਂ ਵਾਲੇ ਸੰਸਾਰ ਵਿੱਚ ਭਗਤੀ ਬੰਦਗੀ ਕਰਨ ਵਾਲੇ ਭਗਤ ਜਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਰੂਪ ਧਨ ਦੀ ਖੱਟੀ ਨੂੰ ਖਟਿਆ ਹੈ। ਹੋਰ ਸਭ ਜਗਤ ਭਰਮ ਭੁਲਾਇਆ। ਔਰ ਬਾਕੀ ਸਾਰਾ ਜਗਤ ਸੰਸਾਰ ਭਰਮ ਨੇ ਭੁਲਾਉਣਾ ਕੀਤਾ ਜਾਂ ਸੱਚ ਸਰੂਪ ਵੱਲੋਂ ਭੁਲਾਉਣਾ ਕੀਤਾ ਹੈ। ਗੁਰ ਪ੍ਰਸਾਦੀ ਨਾਮ ਮਨ ਵਸਿਆ। ਸਤਿਗੁਰਾਂ ਦੀ ਕਿਰਪਾ ਦੁਆਰਾ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਅਸਥਿਤ ਹੋਇਆ ਹੈ। ਅਨ ਦਿਨ ਨਾਮ ਤੇ ਆਇਆ। ਇਸ ਕਰਕੇ ਭਗਤ ਜਨਾਂ ਨੇ ਦਿਨ ਰਾਤ ਜਾਂ ਅਨ ਦਿਨ ਇੱਕ ਰਸ ਲਗਾਤਾਰ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਕਰਕੇ ਧਿਆਇਆ, ਅਰਾਧਨਾ ਕੀਤਾ ਹੈ। ਵੇਖਿਆ ਮਾਹੇ ਉਦਾਸ ਹੈ। ਭਗਤ ਜਨਾਂ ਦਾ ਮਨ ਵਿਖਿਆ ਮਾਇਆ ਜਾਂ ਵਿਸ਼ਿਆਂ ਦੇ ਵਿੱਚ ਰਹਿੰਦਾ ਹੋਇਆ ਉਪਰਾਮ ਰਹਿੰਦਾ ਹੈ। ਹਉਮੈ ਸ਼ਬਦ ਜਲਾਇਆ। ਔਰ ਉਹਨਾਂ ਨੇ ਦੇਹ ਦੀ ਹਉਮੈ ਹਗਤਾ ਨੂੰ ਗੁਰੂ ਉਪਦੇਸ਼ ਦੀ ਕਮਾਈ ਕਰਕੇ ਨਾਮ ਅਭਿਆਸ ਰੂਪ ਅਗਨੀ ਦੇ ਨਾਲ ਸਾੜ ਸੁੱਟਿਆ ਹੈ। ਆਪ ਤਰਿਆ ਕੁਲ ਉਦਾਰੇ। ਉਹ ਆਪ ਸੰਸਾਰ ਸਮੁੰਦਰ ਤੋਂ ਤਰਿਆ ਤੇ ਉਹਨਾਂ ਦੀ ਕੁਲ ਵੰਸ਼ ਦੇ ਜੀਵ ਵੀ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਇਸੇ ਪ੍ਰਕਾਰ ਆਪ ਤਰਿਆ ਕੁਲ ਉਦਾਰੇ। ਉਹਨਾਂ ਨੇ ਦੇਵੀ ਸੰਦਰਭ ਕੁਲ ਵੀ ਉਧਾਰ ਲਈ, ਭਾਵ ਆਸੁਰੀ ਸੰਪਦਾ ਤੋਂ ਖਲਾਸੀ ਕਰ ਲਈ ਹੈ। ਧਨ ਜਣੇ ਦੀ ਮਾਇਆ। ਉਹਨਾਂ ਨੂੰ ਜਨਨ ਵਾਲੀ ਪੈਦਾ ਕਰਨ ਵਾਲੀ ਜੋ ਮਾਤਾ ਉਹ ਵੀ ਧਨਤਾ ਦੇ ਯੋਗ ਹੈ। ਸਦਾ ਸਹਿਜ ਸੁਖ ਮਨ ਵਸਿਆ। ਉਹਨਾਂ ਦੇ ਮਨ ਦੇ ਵਿੱਚ ਸਦਾ ਰਹਿਣ ਵਾਲੇ ਸਰੂਪ ਦੇ ਸਹਿਜ ਗਿਆਨ ਕਰਕੇ ਬ੍ਰਹਮਾਨੰਦ ਦਾ ਸੁਖ ਆ ਕੇ ਵਸ ਗਿਆ ਹੈ। ਇਸੇ ਪ੍ਰਕਾਰ ਸਦਾ ਸਹਿਜ ਸੁਖ ਮਨ ਵਸਿਆ। ਉਹਨਾਂ ਦੇ ਮਨ ਦੇ ਵਿੱਚ ਆਤਮਿਕ ਸੁਖ ਆਨੰਦ ਵਸ ਗਿਆ ਹੈ। ਸੱਚੇ ਸੋ ਲਿਵ ਲਾਇਆ। ਕਿਉਂਕਿ ਉਹਨਾਂ ਨੇ ਸਤਿ ਸਰੂਪ ਪਰਮੇਸ਼ਰ ਦੇ ਨਾਲ ਚਿੱਤ ਦੀ ਲੈ ਬਿਰਤੀ ਨੂੰ ਜੋ ਲਾਇਆ ਹੈ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ। ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਇਹ ਤਿੰਨੇ ਗੁਣਾਂ ਦੇ ਵਿੱਚ ਭੁੱਲੇ ਹੋਏ ਹਨ। ਇਸੇ ਪ੍ਰਕਾਰ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ। ਬ੍ਰਹਮਾ ਵਿਸ਼ਨੂੰ ਦੇ ਸ਼ਿਵ ਜੀ ਦੀ ਉਪਾਸਨਾ ਕਰਨ ਵਾਲੇ ਪੁਰਖ ਤਿੰਨੇ ਗੁਣਾਂ ਵਿੱਚ ਭੁੱਲੇ ਹੋਏ ਹਨ। ਹਉਮੈ ਮੋਹ ਵਧਾਇਆ। ਅਤੇ ਇਸ ਲਈ ਇਹਨਾਂ ਨੇ ਆਪਣੀ ਦੇਹ ਦੀ ਹਉਮੈ ਹੰਗਤਾ ਤੇ ਪਦਾਰਥਾਂ ਦਾ ਜੋ ਮੋਹ ਸਨੇਹ ਹੈ ਬਹੁਤਾ ਵਧਾਇਆ ਹੋਇਆ ਹੈ, ਜਾਂ ਆਪਣੀ ਪੂਜਾ ਕਰਾਉਣ ਦਾ ਮੋਹ ਵਧਾਇਆ ਹੋਇਆ ਹੈ। ਪੰਡਤ ਪੜ ਪੜ ਮੋਨੀ ਭੁੱਲੇ। ਪੰਡਤ ਵਿਦਵਾਨ ਲੋਕ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਇਸ ਲਈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਭਾਈ। ਜਿਸ ਵਸ ਸਭ ਕਿਛ ਹੋਏ। ਜਿਹਦੇ ਅਧੀਨ ਜੀਅ ਜੰਦ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਜਿਹਦੇ ਅਧੀਨ ਸਾਰੇ ਜੀਆ ਜੰਤ ਸਾਰੇ ਉਹਦੇ ਦੇ ਵਸ ਦੇ ਵਿੱਚ ਹਨ। ਤੇ
ਐਸੇ ਪ੍ਰਭੂ ਦੀ ਸਿਫਤ ਕਰਨੀ ਚਾਹੀਦੀ ਹੈ। ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਜਿਹੜਾ ਉਹਦੀ ਸਿਫਤ ਸਲਾਹ ਕਰਦਾ ਹੈ ਉਹਦੇ ਵੀ ਵਸ ਵਿੱਚ ਸਭ ਕੁਝ ਕਰ ਦਿੰਦਾ ਹੈ। ਤਿਸੈ ਸਾਰੇ ਬਹੁ ਪ੍ਰਾਣੀ ਹੋ। ਵੇਖੋ ਇੱਥੇ ਮਹਾਰਾਜ ਨੇ ਸਿੱਖਾਂ ਨੂੰ ਨਹੀਂ ਆਖਿਆ ਵੀ ਹੇ ਸਿੱਖੋ, ਕਿਸੇ ਜਾਤ ਨੂੰ ਨਹੀਂ ਆਖਿਆ, ਤੇ ਗੁਰੂ ਜੀ ਨੇ ਸਮੁੱਚੇ ਪ੍ਰਾਣੀਆਂ ਨੂੰ ਉਪਦੇਸ਼ ਦਿੱਤਾ, ਹੇ ਪ੍ਰਾਣਧਾਰੀ ਜੀਵੋ, ਤਿਸ ਵਾਹਿਗੁਰੂ ਨੂੰ ਸੇਵਨਾ ਕਰੋ, ਉਸ ਵਾਹਿਗੁਰੂ ਜੀ ਦਾ ਭਜਨ ਕਰੋ। ਤਿਸ ਬਿਨ ਅਵਰ ਨ ਕੋਏ, ਕਿਉਂਕਿ ਉਹਦੇ ਤੋਂ ਬਗੈਰ ਪਾਪਾਂ ਨੂੰ ਬਖਸ਼ਣ ਵਾਲਾ ਕੋਈ ਹੋਰ ਹੈ ਹੀ ਨਹੀਂ। ਉਹੀ ਪਾਪਾਂ ਨੂੰ ਬਖਸ਼ ਕੇ ਤੇ ਬਖਸ਼ਿਸ਼ਾਂ ਕਰਨੇ ਵਾਲਾ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਸ ਪਾਪੀ ਕੋ ਮਿਲੇ ਨ ਢੋਈ, ਸਰਨ ਆਵੈ ਤਾਂ ਨਿਰਮਲ ਹੋਈ। ਗੁਰਮੁਖ ਅੰਤਰ ਮਨ ਵਸੈ, ਜਿਸ ਗੁਰਮੁਖ ਜਨ ਦੇ ਮਨ ਹਿਰਦੇ 'ਚ ਪਰਮੇਸ਼ਰ ਵਸ ਜਾਂਦਾ ਹੈ, ਸਦਾ ਸਦਾ ਸੁਖ ਹੋਏ। ਉਹਨੂੰ ਹਮੇਸ਼ਾ ਰਹਿਣ ਵਾਲਾ ਆਤਮਿਕ ਆਨੰਦ ਹਮੇਸ਼ਾ ਲਈ ਪ੍ਰਾਪਤ ਹੋ ਜਾਂਦਾ ਹੈ। ਪੌੜੀ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਹੈ। ਜਿਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ। ਜਿਨ੍ਹਾਂ ਪੁਰਖਾਂ ਨੇ ਗੁਰਮੁਖ ਜਨਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੁਆਰਾ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਨ ਨਹੀਂ ਖਟਿਆ, ਇਕੱਤਰ ਨਹੀਂ ਕੀਤਾ, ਸੇ ਦੇਵਾਲੀਏ ਜੁਗ ਮਾਹੇ। ਉਹ ਪੁਰਖ ਇਸ ਕਲਯੁਗ ਦੇ ਸਮੇਂ 'ਚ ਕਰਜ਼ਾਈ ਰਿਣੀ ਹਨ, ਉਹਨਾਂ ਦਾ ਦਿਵਾਲਾ ਨਿਕਲ ਗਿਆ ਹੈ। ਜਿਹਦੇ ਕਰਜ਼ਾ ਲੈ ਲੈ ਕੇ ਖਾਈ ਜਾਂਦੇ ਨੇ, ਮੁੜ ਕੇ ਆਪਦੀ ਦੁਕਾਨ ਅੱਗੇ ਦੀਵਾ ਬਾਲ ਕੇ ਤੇ ਕੱਪੜੇ ਲਾ ਕੇ ਬੈਠ ਜਾਂਦੇ ਨੇ। ਜਿਹੜਾ ਕੋਈ ਮੰਗਣ ਆਉਂਦਾ ਕਹਿੰਦੇ ਜੀ ਮੇਰਾ ਤਾਂ ਦਿਵਾਲਾ ਨਿਕਲ ਗਿਆ, ਫਿਰ ਦੇਣ ਲੱਗਿਆਂ ਮੁੱਕਰ ਜਾਂਦੇ ਹਨ। ਸੋ ਇਹਨਾਂ ਦੇ ਸਿਰ ਉੱਤੇ ਲੋਕ ਦੰਡ, ਪਿੱਤਰ ਦੰਡ, ਦੇਵ ਦੰਡ ਹਮੇਸ਼ਾ ਬਣਿਆ ਰਹਿੰਦਾ ਹੈ। ਉਹਨਾਂ ਕੁ ਖਾਓ ਜਿੰਨਾ ਕੁ ਰੱਬ ਨੇ ਆਪ ਨੂੰ ਦਿੱਤਾ ਹੈ। ਜੇ ਮੰਗ ਕੇ ਖਾਈ ਜਾਵਾਂਗੇ ਮੁੜ ਕੇ ਦੇਣ ਲੱਗੇ ਔਖੇ ਹੋਵਾਂਗੇ। ਤੋ ਇਸ ਲਈ ਕਰਜ਼ਾ ਤਾਂ ਲੱਗਦੀ ਵਾਏ ਲੈਣਾ ਹੀ ਨਹੀਂ ਚਾਹੀਦਾ ਹੈ, ਅਤੇ ਜੇ ਲਿਆ ਹੈ ਤਾਂ ਅਗਲੇ ਨੂੰ 2 ਰੁਪਈਆ ਵੱਧ ਦਿਓ, ਤਾਂ ਕਿ ਉਹਨੇ ਸਾਡੀ ਲੋੜ ਪੂਰੀ ਕੀਤੀ ਹੈ। ਜਿਹਨੇ ਸਾਡੀ ਜ਼ਰੂਰਤ ਪੂਰੀ ਕੀਤੀ ਹੈ ਉਹਦਾ ਵੀ ਮਨ ਖੁਸ਼ ਹੋਵੇ। ਪਰ ਸੰਸਾਰ ਦੀ ਇਹ ਰੀਤੀ ਹੈ ਕਿ ਲੈਣ ਤੋਂ ਬਾਅਦ ਫਿਰ ਉਹ ਝਗੜਾ ਕਰਕੇ ਬੈਠ ਜਾਂਦੇ ਨੇ ਕਿ ਕੋਈ ਮੰਗੇ ਨਾ। ਤਾਂ ਇਸ ਵਾਸਤੇ ਉਹ ਪੁਰਸ਼ ਦਿਵਾਲੀਆਂ ਦੀ ਤਰ੍ਹਾਂ, ਕਰਜ਼ਾਈਆਂ ਦੀ ਤਰ੍ਹਾਂ, ਜਿਹੜੇ ਨਾਮ ਤੁਹਾਨੂੰ ਨਹੀਂ ਖੱਟਦੇ, ਉਹਨਾਂ ਦਾ ਸਮਝ ਲਓ ਦਿਵਾਲਾ ਨਿਕਲ ਗਿਆ ਹੈ। ਉਹ ਸਭ ਦੁਨੀਆ ਦੇ ਮੰਗਤੇ ਹਨ, ਲੋਕ ਪਰਲੋਕ ਦੇ ਵਿੱਚ ਉਹ ਦੰਡ ਸਹਾਰਨਗੇ। ਓਏ ਮੰਗਦੇ ਫਿਰ ਹੈ ਸਭ ਜਗਤ ਮਹਿ। ਜਿਵੇਂ ਕਈਆਂ ਦਾ ਸੁਭਾਅ ਹੀ ਹੁੰਦਾ ਹੈ ਮੰਗਣਾ, ਤੇ ਆਪ ਦਾ ਸਾਂਭ ਕੇ ਨਹੀਂ ਰੱਖਣਾ। ਜਦੋਂ ਉਹਨਾਂ ਨੂੰ ਲੁਟਾ ਦੇਣਾ ਖੇ ਖਰਾਬ ਕਰਕੇ, ਤੇ ਮੁੜ ਕੇ ਮੰਗਣ ਚੜ੍ਹ ਜਾਣਾ। ਤੋ ਇੰਜ ਜਿਹੜੇ ਆਪ ਨਾਮ ਤਾਂ ਜਪਦੇ ਨਹੀਂ, ਤੇ ਮੁੜ ਕੇ ਜਾਦੂ ਟੂਣਿਆਂ ਵਾਲਿਆਂ ਦੇ ਦੁਆਲੇ ਤੁਰੇ ਫਿਰਦੇ ਨੇ, ਕਦੀ ਕਿਸੇ ਕਬਰ ਦੇ, ਕਦੀ ਕਿਸੇ ਪੀਰ ਕੋਲ, ਕਦੀ ਕਿਸੇ ਕੋਲ ਪੁੱਛ ਪਵਾ, ਕਿਸੇ ਇੱਕ ਪੰਡਤ ਨੂੰ ਜਾ ਕੇ ਤੇ ਪੁੱਛਣਾ ਕਰੋ। ਇਉਂ ਸਾਰੇ ਜਗਤ 'ਚ ਉਹ ਮੰਗਦੇ ਫਿਰਦੇ ਰਹਿੰਦੇ ਹਨ, ਪਰ ਕਿਤੇ ਵੀ ਉਹਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ ਹੈ। ਕੋਈ ਮੋਹਿ ਥੁੱਕ ਨ ਤਨ ਕਉ ਪਾਹੇ। ਉਹਨਾਂ ਦੇ ਮੂੰਹ ਤੇ ਕੋਈ ਥੁੱਕ ਵੀ ਨਹੀਂ ਪਾਉਂਦਾ। ਭਾਵ ਜੋ ਦੂਜੇ ਦੇ ਆਪਣੇ ਮੂੰਹ 'ਚ ਖਾਣ ਲਈ ਪਾਇਆ ਹੋਇਆ ਪਦਾਰਥ ਹੁੰਦਾ, ਉਸ ਥੁੱਕ ਵਾਲੇ ਪਦਾਰਥ ਨੂੰ ਦੇਣ ਲਈ ਵੀ ਕੋਈ ਤਿਆਗ ਨਹੀਂ ਹੁੰਦਾ, ਕੋਈ ਤਿਆਰ ਨਹੀਂ ਹੁੰਦਾ। ਜਾਂ ਉਹਨਾਂ ਦੀ ਤਰਫ ਮੁੱਖ ਕਰਕੇ ਥੁੱਕਣਾ ਵੀ ਨਹੀਂ ਪਾਉਂਦਾ। ਕੋਈ ਦੇਵੀ ਦੇਵਤਾ ਉਹਨਾਂ ਦੇ ਮੂੰਹ 'ਚ ਕੋਈ ਪਦਾਰਥ ਰੂਪ ਥੁੱਕਣਾ ਵੀ ਨਹੀਂ ਪਾਉਂਦਾ ਹੈ। ਇਹ ਜੋ ਚੌਥੇ ਪਾਤਸ਼ਾਹ ਦੀ ਵਾਰ ਹੈ। ਤੇ ਜਿਹੜੇ ਗੋਂਦਵਾਲ ਸਾਹਿਬ ਦੇ ਮਰਵਾਏ ਸੀਗੇ,
ਗੋਂਦੇ ਖੱਤਰੀ ਦੇ ਜੋ ਬਾਲ ਬੱਚੇ ਸੀ ਉਹ ਬੇਮੁਖ ਹੋ ਗਏ ਸੀ ਗੁਰੂ ਅਮਰਦਾਸ ਮਹਾਰਾਜ ਜੀ ਤੋਂ, ਅਤੇ ਗੁਰੂ ਘਰ ਦੇ ਨਾਲ ਉਹ ਵੈਰ ਕਰਦੇ ਸੀਗੇ। ਇਸ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਖਾਸ ਕਰਕੇ ਉਹਨਾਂ ਦੀ ਬਾਬਤ ਲਿਖਿਆ ਹੈ, ਜਿਹੜੇ ਗੁਰੂ ਘਰ ਨਾਲ ਵੈਰ ਕਰਦੇ, ਆਪ ਨਾਮ ਜਪਦੇ ਨਹੀਂ ਅਤੇ ਚਾਹੁੰਦੇ ਵੀ ਗੁਰਦੁਆਰੇ ਦੀ ਜੋ ਗੋਲਕ ਚੜ੍ਹਤ ਚੜ੍ਹਾਵਾ ਇਹ ਗੁਰੂ ਸਾਹਿਬ ਦੀ ਪੂਜਾ ਹੈ ਸਾਡੇ ਘਰ ਆ ਜਾਵੇ, ਇੰਝ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਪਿਆ। ਪਰਾਈ ਬਖੀਲੀ ਕਰਹਿ ਆਪਣੀ ਪਰਤੀਤ ਖੋਵਣ। ਉਹ ਜਾ ਕੇ ਅਕਬਰ ਦੇ ਕੋਲ ਸ਼ਿਕਾਇਤਾਂ ਲਾਉਂਦੇ ਸਨ। ਐਸੇ ਮਨਮੁਖ ਪੁਰਖ ਬੇਗਾਨਿਆਂ ਦੇ ਨਾਲ ਈਰਖਾ ਕਰਦੇ ਰਹਿੰਦੇ, ਭਾ ਸਤਿਗੁਰੂ ਅਮਰਦਾਸ ਜੀ ਦੇ ਘਰ ਨਾਲ ਈਰਖਾ ਕਰਦੇ, ਜਾਂ ਪਰਾਇਆਂ ਨਾਲ ਚੁਗਲੀ ਕਰਦੇ ਰਹਿੰਦੇ, ਜਾਂ ਪਰਾਏ ਦੇ ਗੁਣਾਂ ਨੂੰ ਛੁਪਾਉਣ ਲਈ ਸੋਮਤਾਈ ਕਰਦੇ ਰਹਿੰਦੇ ਹਨ। ਇਸ ਕਰਕੇ ਆਪ ਦੀ ਪ੍ਰਤੀਤੀ ਭਰੋਸੇਤਾਈ ਗਵਾ ਲੈਂਦੇ ਨੇ। ਸਗਵਾ ਪਿਆ ਪਲਖਾਹੇ, ਸਗਵਾ ਉਲਟਾ ਆਪਣੇ ਆਪ ਨੂੰ ਵੀ ਮੂਰਖ ਨਿੰਦਕ ਜਣਾਉਂਦੇ ਹਨ। ਮੂਰਖਾਂ ਦਾ ਹੀ ਕੰਮ ਹੁੰਦਾ ਹੈ ਕਿ ਆਪਦੇ ਪੱਲੇ ਤਾਂ ਕੱਖ ਹੈ ਨਹੀਂ ਅਤੇ ਦੂਜਿਆਂ ਵੱਲ ਵੇਖਦੇ ਰਹਿਣਾ ਜਾਂ ਦੂਜਿਆਂ ਦੀ ਚੁਗਲੀ ਕਰਦੇ ਰਹਿਣਾ ਹੈ। ਇਸ ਲਈ ਇਹ ਮਨਮੁਖਤਾਈ ਵਾਲੇ ਕਰਮ ਕਰਦੇ। ਜੈਸਾ ਧਨ ਕਾਰਨ ਚੁਗਲੀ ਕਰਹਿ। ਜਿਹੜਾ ਕੋਈ ਇਨਸਾਨ ਚਾਹੁੰਦਾ ਹੈ ਕਿ ਮੈਂ ਦੂਸਰੇ ਦੇ ਪੈਰ ਖਿੱਚ ਕੇ ਉਹਨੂੰ ਡੇ ਕੇ ਆਪ ਖੜਾ ਹੋ ਜਾਵਾਂ, ਉਹ ਸਾਰੀ ਜ਼ਿੰਦਗੀ ਕਾਮਯਾਬ ਨਹੀਂ ਹੋ ਸਕਦਾ। ਜੋ ਆਪਣੇ ਪੈਰਾਂ ਦੇ ਖੜਾ ਹੋਣ ਦੀ ਕੋਸ਼ਿਸ਼ ਕਰਦਾ ਉਹੀ ਖੜ ਸਕਦਾ ਹੈ। ਜਿਸ ਪ੍ਰਤੱਖ ਧਨ ਵਾਸਤੇ ਜਾਂ ਹਰੀ ਨਾਮ ਰੂਪੀ ਧਨ ਕਾਰਨ ਵਾਸਤੇ ਪਿੱਠ ਪਿੱਛੇ ਬੁਰਿਆਈ ਕਰਦੇ ਹਨ, ਉਹ ਪ੍ਰਤੱਖ ਧਨ ਜਾਂ ਜੋ ਨਾਮ ਰੂਪੀ ਧਨ ਚੁਗਲੀ ਜਾਂ ਈਰਖਾ ਕਰਕੇ। ਸੋ ਧਨ ਚੁਗਲੀ ਹੱਥ ਨਾ ਆਵੈ। ਉਹ ਹੱਥ ਵਿੱਚ ਨਹੀਂ ਆਉਂਦਾ, ਭਾਵ ਅੰਤਿ ਕਰਨ ਵੀ ਹੱਥ ਵਿੱਚ ਪ੍ਰਗਟ ਨਹੀਂ ਹੁੰਦਾ ਹੈ। ਓਏ ਭਾਵੈ ਤਿੱਥ ਜਾਹੇ। ਉਹ ਭਾਵੇਂ ਜਿੱਥੇ ਵੀ ਜਾਉਣ, ਉੱਥੇ ਭਾਵੇਂ ਚਲੇ ਜਾਣ, ਉਹਨਾਂ ਦੇ ਪੱਲੇ ਕੱਖ ਵੀ ਨਹੀਂ ਪੈਂਦਾ ਹੈ। ਜਿਵੇਂ ਪ੍ਰਿਥੀਆ ਸਾਰੀ ਉਮਰ ਰੋਂਦਾ ਹੀ ਮਰ ਗਿਆ, ਕੱਖ ਪੱਲੇ ਨਹੀਂ ਪਿਆ, ਅਤੇ ਬਾਅਦ ਦੇ ਵਿੱਚ ਮਿਹਰਬਾਨ ਨੇ ਵੀ ਸਾਰਾ ਜ਼ੋਰ ਲਾ ਲਿਆ ਪਰ ਉਹਦਾ ਵੀ ਕੁਛ ਨਹੀਂ ਬਣਿਆ। ਫਿਰ ਰਾਮ ਰਾਏ ਜ਼ੋਰ ਲਾ ਕੇ ਹੰਭ ਗਿਆ। ਆਪਦੇ ਪਿਤਾ ਦੇ ਕੋਲੋਂ, ਸਕੇ ਭਰਾ ਦੇ ਕੋਲੋਂ ਕੁਛ ਪੱਲੇ ਨਹੀਂ ਪਿਆ ਅਤੇ ਸਾਰੀ ਉਮਰ ਇਸ ਤਰ੍ਹਾਂ ਹੀ ਤੁਰ ਗਿਆ, ਤਰਲੇ ਮਾਰਦਾ ਹੋਇਆ। ਭਾਵੇਂ ਦੁਨਿਆਵੀ ਸਭ ਕੁਝ ਉਹਦੇ ਕੋਲ ਸੀਗਾ, ਔਰੰਗਜ਼ੇਬ ਦਾ ਦਿੱਤਾ ਹੋਇਆ ਧਨ, ਗੁਰੂ ਜੀ ਦੀਆਂ ਦਿੱਤੀਆਂ ਰਹੀਆਂ ਸਿੱਧੀਆਂ, ਪਰ ਉਹਨੂੰ ਸ਼ਾਂਤੀ ਨਹੀਂ ਆਈ ਸਾਰੀ ਉਮਰ। ਇਹ ਪੈਸੇ ਨਾਲ ਨਹੀਂ ਆਉਂਦੀ ਹੈ, ਸ਼ਕਤੀਆਂ ਨਾਲ ਨਹੀਂ ਆਉਂਦੀ, ਇਹ ਤਾਂ ਮਹਾਰਾਜ ਦੇ ਨਾਮ ਨਾਲ, ਗੁਰੂ ਸਾਹਿਬ ਦੀ ਕਿਰਪਾ ਨਾਲ ਆਉਂਦੀ ਹੈ। ਨਿਸ਼ਕਾਮਤਾ ਦੇ ਨਾਲ ਮਨ ਸ਼ਾਂਤ ਹੁੰਦਾ ਹੈ। ਜਦ ਕਿਸੇ ਦਾ ਵਿਗਾੜੀ ਜਾਣਾ ਜਾਂ ਵਿਗਾੜਨ ਬਾਰੇ ਸੋਚੀ ਜਾਣਾ, ਉਹ ਬੰਦਾ ਕਿਵੇਂ ਸੁੱਖ ਦੀ ਨੀਂਦੇ ਸੌਂ ਸਕੇਗਾ। ਫਿਰ ਸਤਿਗੁਰੂ ਕਲਗੀਧਰ ਮਹਾਰਾਜ ਦੇ ਚਰਨੀ ਪਿਆ ਸੀ, ਰੋ ਕੇ ਕਲਪ ਕੇ ਵੀ ਮਹਾਰਾਜ ਇਹ ਬੰਦੇ ਮੇਰੇ ਆਖੇ ਨਹੀਂ ਲੱਗਦੇ, ਆ ਜਿਹੜੇ ਮਸੰਦ ਮਸੁੰਦ ਨੇ। ਅਤੇ ਗੁਰੂ ਸਾਹਿਬ ਦੇ ਚਰਨੀ ਪਿਆ। ਫਿਰ ਮਹਾਰਾਜ ਨੇ ਉਹਨੂੰ ਬਖਸ਼ ਲਿਆ ਸੀ, ਪਰ ਕਹਿੰਦੇ ਵੀ ਤੇਰੀ ਸੰਗਤ ਨੂੰ ਨਹੀਂ ਬਖਸ਼ਣਾ, ਤੇਰੀ ਸੰਗਤ ਭੂਤਨੀ ਹੈ। ਉਹ ਤਾਂ ਬੇੜੀ ਵਿੱਚ ਗੁਰੂ ਜੀ ਦੇ ਸਨਮੁਖ ਹੋ ਗਿਆ ਅਤੇ ਨਾਲ ਦੇ ਮਸੰਦਾਂ ਨੇ ਮੂੰਹ ਘੁਮਾ ਲਿਆ। ਮਹਾਰਾਜ ਕਹਿੰਦੇ ਭੂਤਨਿਆਂ ਨੂੰ ਨਹੀਂ ਬਖਸ਼ਣਾ। ਫਿਰ ਉਹਨਾਂ ਨੂੰ ਫੜ ਕੇ ਤੇਲ ਦੇ ਕੜਾਹੀ 'ਚ ਸੁੱਟਿਆ ਸੀ ਉਹਦੇ ਤੋਂ ਬਾਅਦ। ਤਾਂ ਇਸ ਲਈ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਪੈਂਦਾ ਹੈ। ਸੋ ਗੁਰਮੁਖਾ ਸੇਵਕ ਪਾਏ ਹਰ ਧਨ ਮਿਲੈ। ਜੋ ਗੁਰਮੁਖ ਜਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਹੈ,
ਐਸੇ ਗੁਰਮੁਖ ਉਹਨਾਂ ਦੇ ਅੱਗੇ ਦਾਸਾ ਭਾਵਨਾ ਧਾਰਨ ਕਰਕੇ ਜੇ ਸੇਵਾ ਕਰੀਏ, ਜਾਂ ਗੁਰਮੁਖ ਨਾਮ ਹੈ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਰੂਪੀ ਧਨ ਪ੍ਰਾਪਤ ਹੁੰਦਾ ਉਹਨਾਂ ਨੂੰ ਹੈ ਜਿਹੜੇ ਭਾਵਨਾ ਦੇ ਨਾਲ ਸੇਵਾ ਕਰਦੇ ਹਨ। ਤਿੱਥੋਂ ਕਰਮਹੀਣ ਲੈ ਨਾ ਸਕਹਿ। ਪਰ ਗੁਰੂ ਘਰ ਦੇ ਵਿੱਚੋਂ ਵੀ ਜਿਹੜੇ ਕਰਮਾਂ ਤੋਂ ਸਖਣੇ ਨੇ, ਨਿਸ਼ਕਾਮ ਕਰਮਾਂ ਤੋਂ ਰਹਿਤ, ਉਹ ਮਨਮੁਖ ਪੁਰਖ ਹੱਸ ਖੇਡ ਕੇ ਇੱਧਰ ਉੱਧਰ ਤੁਰ ਫਿਰ ਕੇ ਟਾਈਮ ਟਪਾ ਕੇ ਨਿੰਦਿਆ ਚੁਗਲੀ ਕਰਕੇ ਗੱਲਾਂ ਮਾਰ ਕੇ ਤੇ ਆਪਦੇ ਘਰ ਨੂੰ ਖਾਲੀ ਹੱਥੀਂ ਤੁਰ ਜਾਂਦੇ ਨੇ, ਨਾਮ ਰੂਪੀ ਧਨ ਪ੍ਰਾਪਤ ਨਹੀਂ ਕਰ ਸਕਦੇ। ਹੋਰ ਥੈ ਦੇਸ ਦੇਸੰਤਰ। ਜਿਹਨੂੰ ਗੁਰਦੁਆਰਿਓਂ ਨਹੀਂ ਕੁਛ ਮਿਲਿਆ, ਉਹ ਜਿੱਥੇ ਮਰਜ਼ੀ ਭੱਜ ਦੌੜ ਕਰ ਲਏ, ਕਿਸੇ ਥਾਵਾਂ 'ਚ ਦੇਸ਼ਾਂ ਪ੍ਰਦੇਸ਼ਾਂ, ਮਾਝਾ ਮਾਲਵਾ ਦੁਆਬਾ ਆਦਿਕ ਦੇਸ਼ ਤੇ ਦੇਸ਼ਾਂਤਰ, ਦਸੇ ਦਿਸ਼ਾਵਾਂ ਦੇ ਵਿੱਚੋਂ, ਤੇ ਭਾਵੇਂ ਅੱਜ ਕੱਲ੍ਹ ਵਿਦੇਸ਼ ਕੈਨੇਡਾ, ਅਮਰੀਕਾ, ਇੰਗਲੈਂਡ, ਕਿੱਥੇ ਮਰਜ਼ੀ ਤੁਰ ਜਾਏ, ਸੰਗਤ ਤੋਂ ਬਗੈਰ, ਗੁਰੂ ਜੀ ਤੋਂ ਬਗੈਰ ਉਹ ਕੀ ਪਾ ਸਕਦਾ ਹੈ। ਜਾਂ ਯਮ ਨੇ ਮਾਦਿਕ ਸਾਧਨਾ ਰੂਪੀ ਦੇਸ਼ ਤੇ ਪ੍ਰਮਾਣਗਤ ਪਰਮੇਗਤ ਆਦਿਕ ਬਿਰਤੀਆਂ ਰੂਪ ਦਿਸ਼ਾਵਾਂ ਜੋ ਕਿਤੋਂ ਵੀ ਗੁਰਾਂ ਤੋਂ ਬਗੈਰ ਹਰ ਧਨ ਨਾਹੇ। ਹਰੀ ਨਾਮ ਰੂਪੀ ਧਨ ਮਿਲਦਾ ਨਹੀਂ ਹੈ। ਜਿਹੜੀ ਨਾਮ ਦੀ ਕਰੰਸੀ ਹੈ ਉਹ ਗੁਰਦੁਆਰੇ ਵਿੱਚੋਂ ਹੀ ਤੁਹਾਨੂੰ ਪ੍ਰਾਪਤ ਹੋਏਗੀ। ਹਰੇਕ ਦੇਸ਼ ਦੀ ਆਪੋ ਆਪਣੀ ਵੱਖੋ ਵੱਖਰੀ ਕਰੰਸੀ ਹੈ, ਤੇ ਜਿਸ ਦੇਸ਼ ਵਿੱਚ ਜਾਓ ਉਸ ਦੇਸ਼ ਦੀ ਕਰੰਸੀ ਹੀ ਉੱਥੇ ਖਰਚੇ ਪਾਣੀ ਲਈ ਆਪਾਂ ਵਰਤ ਸਕਦੇ ਹਾਂ, ਚੱਲਦੀ ਹੈ। ਇਉਂ ਗੁਰੂ ਘਰ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦੀ ਕਰੰਸੀ ਹੈ। ਉੱਚੀ ਬੋਲ ਕੇ ਇੱਕ ਵਾਰ ਆਪ ਜੀ ਕਹਿ ਦਿਓ, ਸਤਨਾਮ ਸ੍ਰੀ ਵਾਹਿਗੁਰੂ। ਇਹ 1 ਰੁਪਈਆ ਛਪ ਗਿਆ। ਇੱਕ ਸਾਹਾ ਤੁਧ ਧਿਆਈ ਦਾ, ਵਾਹਿਗੁਰੂ 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 ਵਾਹਿਗੁਰੂ, ਇਹ 5 ਦਾ ਨੋਟ ਛਪ ਗਿਆ। ਵਾਹਿਗੁਰੂ 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 ਵਾਹਿਗੁਰੂ, ਇਹ 10 ਦਾ ਨੋਟ ਬਣ ਗਿਆ। ਇੱਕ ਸਾਹ ਦੇ ਵਿੱਚ ਜਿੰਨੀ ਵਾਰ ਵਾਹਿਗੁਰੂ ਕਿਹਾ ਓਨੀ ਕੀਮਤ ਬਣ ਗਈ ਸਾਹ ਦੀ। ਤੇ ਜਾਂ ਜੋ ਸੰਤ ਮਹਾਤਮਾ ਨੇ ਆਪੋ ਆਪਣਾ ਮਤ ਹੈ, ਉਹ ਇੱਕ ਸਾਹ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਕਹਿੰਦੇ ਨੇ, ਮਤਲਬ ਗੱਲ ਤਾਂ ਸ਼ਰਧਾ ਦੀ ਹੈ। ਇੱਕ ਵਾਰ ਵੀ ਵਾਹਿਗੁਰੂ ਕਹਿਣ ਦੇ ਨਾਲ ਤੇ ਭਾਵੇਂ ਲੱਖ ਰੁਪਈਆ ਵੀ ਸਾਹਮਣੇ ਰੱਖ ਲਓ ਵੀ ਥੋੜ੍ਹਾ ਹੈ। ਕਹਿੰਦੇ ਜੈਸੇ 68 ਤੀਰਥ ਪਰਸ ਕੀਓ, ਜੁਗ 4 ਚਰਿਓ ਕੈਲਾਸ਼ ਰਹਿਓ, जैसे कोट बरस तब उर्दमुखी बैसंतर में तन दह दयो, जैसे लाख बार कुरुक्षेत्र में असमेत जग अभंग ठयो, पुनि अमृत नाम शेषति जिन एक बार श्री वाहिगुरु कहो। एक बार फिर कह दो जी, सतनाम श्री वाहिगुरु। सानू नहीं इन्ना फल मिलना पहली बार, क्योंकि मन टिकदा नहीं है। तो हौली हौली एक बार कहण दी ताकत ਉਹਦਾ ਬਲ ਬਣਾਉਣਾ ਪੈਣਾ। ਉਹ ਬਾਰ-ਬਾਰ ਕਹਿ ਕੇ ਹੀ ਬਿਰਤੀ ਦਾ ਟਿਕਾਓ ਬਣਨਾ ਹੈ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਹ ਨਾਮ ਦਾ ਧਨ ਹੈ। ਸੋ ਗੁਰੂ ਘਰ ਦੇ ਵਿੱਚੋਂ ਇਹ ਵਾਹਿਗੁਰੂ ਨਾਮ ਦੀ ਕਰੰਸੀ ਪ੍ਰਾਪਤ ਹੁੰਦੀ, ਜਿਹੜੀ ਫਿਰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇਤਾ ਕਰਦੀ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨੂਹਰ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮਦਲ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਹਰੈ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਅਗਲਾ ਸ਼ਲੋਕ ਉਚਾਰਨ ਕਰ ਰਹੇ ਹਨ। ਗੁਰਮੁਖ ਸੰਸਾ ਮੂਲ ਨ ਹੋਵਈ। ਗੁਰਮੁਖ ਜਨਾਂ ਨੂੰ ਪ੍ਰਮਾਣਗਤ ਪਰਮੇਗਤ ਆਦਿਕ ਸੰਸਾ
ਮੂਲੋਂ ਕਦਾਚਿਤ ਵੀ ਨਹੀਂ ਹੁੰਦਾ ਹੈ। ਚਿੰਤਾ ਵਿੱਚ ਹੋ ਜਾਏ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚੋਂ ਚਿੰਤਾ ਚਲੀ ਜਾਂਦੀ ਹੈ। ਜੋ ਕਿਛ ਹੋਏ ਸੋ ਸਹਿਜੇ ਹੋਏ। ਉਹ ਪਰਮੇਸ਼ਰ ਦੇ ਭਾਣੇ ਚੱਲਦੇ ਤੇ ਜਾਣਦੇ ਨੇ ਕਿ ਜੋ ਕੁਝ ਵੀ ਹੁੰਦਾ ਉਹ ਸੁਤੇ ਸਿੱਧੀ ਹੁੰਦਾ ਹੈ। ਕਹਿਣਾ ਕਿਛੁ ਨ ਜਾਏ, ਕਥਨ ਕਰਨ ਵਾਲੇ ਬਣ ਕੇ ਕੁਝ ਵੀ ਇਸ਼ਾਰੇ ਨਾਲ ਜਾਂ ਕੋਈ ਬਚਨ ਬੁਲਾਸ ਕਿਹਾ ਨਹੀਂ ਜਾਂਦਾ ਹੈ। ਇਸੇ ਪ੍ਰਕਾਰ ਜੋ ਕਿਛ ਹੋਏ ਸੋ ਸਹਿਜੇ ਹੋਏ। ਗੁਰਮੁਖ ਜਨਾਂ ਦੀ ਐਸੀ ਦ੍ਰਿਸ਼ਟੀ ਹੁੰਦੀ ਹੈ ਕਿ ਜਿਹੜਾ ਕੁਝ ਵੀ ਹੁੰਦਾ ਉਹ ਸੁਦੇ ਸਿਧ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੁੰਦਾ ਹੈ। ਕਹਿਣਾ ਕਿਛੁ ਨ ਜਾਏ, ਉਹਨਾਂ ਦਾ ਆਨੰਦ ਕੁਝ ਵੀ ਕਿਹਾ ਨਹੀਂ ਜਾਂਦਾ। ਨਾਨਕ ਤਿਨ ਕਾ ਆਖਿਆ ਆਪ ਸੁਣੇ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿਤਨਾ ਗੁਰਮੁਖ ਜਨਾਂ ਦਾ ਆਖਿਆ ਬੇਨਤੀ ਰੂ ਬਚਨ ਪਰਮੇਸ਼ਰ ਆਪ ਸੁਣਦਾ ਹੈ। ਜੀ ਲੈ ਅਨਪੰਨ ਪਾਏ, ਜਿਨ੍ਹਾਂ ਗੁਰਮੁਖ ਜਨਾਂ ਨੂੰ ਪਰਮੇਸ਼ਰ ਨੇ ਆਪਣੇ ਪੰਨੇ ਦਫ਼ਤਰ ਲੇਖੇ ਵਿੱਚ ਜਾਂ ਨਾਮ ਰੁਚ ਪੱਲੇ 'ਚ ਪਾ ਲਿਆ ਜਾਂ ਸ਼ਨ ਰੂ ਪੱਲੇ 'ਚ ਪਾ ਲਿਆ ਹੈ। ਕਾਲ ਮਾਰ ਮਨ ਸਾਮਨ ਸਮਾਣੀ। ਮਹੱਲਾ ਤੀਜਾ। ਇਹ ਜੋ ਸ਼ਲੋਕ ਅਤੇ ਮਹੱਲੇ ਨੇ ਤੀਜੇ ਪਾਤਸ਼ਾਹ ਜੀ ਦੇ ਹੀ ਆ ਰਹੇ ਹਨ। ਕਾਲ ਮਾਰ ਮਨਸਾ ਮਨ ਸਮਾਣੀ। ਉਹਨਾਂ ਨੇ ਕਾਲ ਦਾ ਫਿਕਰ ਮਾਰ ਸੁੱਟਿਆ ਹੈ ਜਾਂ ਜੰਮਣ ਮਰਨ ਦੇ ਕਾਲ ਦਾ ਫਿਕਰ ਨਿਵਰਤ ਕਰ ਦਿੱਤਾ ਹੈ। ਤੇ ਮਨਸਾ ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਸੋ ਮਹਾਰਾਜ ਦਾ ਨਾਮ ਹੈ। ਅੰਤਰ ਨਿਰਮਲ ਨਾਉ। ਜੋ ਹਿਰਦੇ ਵਿੱਚ ਉਜਲ ਨਾਮ ਹੈ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਉਜਲ ਨਾਮ ਹੈ, ਪਰਮੇਸ਼ਰ ਨੇ ਉਹਨਾਂ ਦਾ ਕਾਲ ਫਿਕਰ ਮਾਰ ਦਿੱਤਾ, ਜੰਮਣ ਮਰਨ ਦੇ ਕਾਲ ਦਾ ਫਿਕਰ ਨਿਵਰਤ ਕਰ ਦਿੱਤਾ। ਤੇ ਉਹਨਾਂ ਦੀ ਲੋਕ ਤੇ ਪਰਲੋਕ ਦੇ ਪਦਾਰਥਾਂ ਦੀ ਜੋ ਮਨਸਾ ਵਾਸ਼ਨਾ ਵੀ ਮਨ ਦੇ ਵਿੱਚ ਹੀ ਸਮਾ ਗਈ, ਲੈ ਹੋ ਗਈ ਹੈ। ਅਣ ਦਿਨ ਜਾਗੈ ਕਦੇ ਨ ਸੋਵੈ। ਉਹ ਦਿਨ ਰਾਤ ਗੁਰ ਸ਼ਬਦ ਜਾਂ ਨਾਮ ਚਿਚੇ ਦੀ ਵਰਤੀ ਲਾ ਕੇ ਗਿਆਨ ਅਵਸਥਾ 'ਚ ਜਾਗਦੇ, ਕਦਾਚਿਤ ਵੀ ਮੋਹ ਜਾਂ ਅਵਿਦਿਆ ਰੂਪ ਨੀਂਦ ਸੌਂਦੇ ਨਹੀਂ ਹਨ। ਸਹਿਜੇ ਅੰਮ੍ਰਿਤ ਪਿਆਓ। ਕਿਉਂਕਿ ਪਰਮੇਸ਼ਰ ਨੇ ਗੁਰਾਂ ਦੁਆਰਾ ਸੁਤੇ ਸਿੱਧੀ ਉਹਨਾਂ ਨੂੰ ਨਾਮ ਅੰਮ੍ਰਿਤ ਰੂਪ ਜਲ ਪਿਆਉਣਾ ਕੀਤਾ, ਜਾਂ ਉਹ ਆਪ ਸੁਦੇ ਸਿੱਧ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਪੀਂਦੇ ਤੇ ਹੋਰਨਾਂ ਦਾ ਹੀ ਭਲਾਉਣਾ ਕਰਦੇ ਹਨ। ਮੀਠਾ ਬੋਲੇ ਅੰਮ੍ਰਿਤ ਬਾਣੀ। ਉਹ ਬਾਣੀ ਕਰਕੇ ਮਿੱਠਾ ਪਿਆਰਾ ਅੰਮ੍ਰਿਤ ਰੂਪ ਬਚਨ ਬੋਲਦੇ ਨੇ। ਇਸੇ ਪ੍ਰਕਾਰ ਮੀਠਾ ਬੋਲੇ ਅੰਮ੍ਰਿਤ ਬਾਣੀ। ਉਹ ਮੁਖੋਂ ਮਿੱਠਾ ਪਿਆਰ ਭਰਿਆ ਬਚਨ ਬੋਲਦੇ ਤੇ ਹਰ ਵਕਤ ਅੰਮ੍ਰਿਤ ਰੂਪ ਬਾਣੀ ਨੂੰ ਉਚਾਰਦੇ ਰਹਿੰਦੇ ਹਨ। ਅਣ ਦਿਨ ਹਰ ਗੁਣ ਗਾਓ। ਅਤੇ ਰਾਤ ਦਿਨ ਪਰਮੇਸ਼ਰ ਦੇ ਕੀਰਤਨ ਚ ਪਾ ਕੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਨਿਜ ਕਰ ਵਾਸਾ ਸਦਾ ਸੋਹੰਦੇ। ਉਹਨਾਂ ਦਾ ਆਪਣੇ ਸਰੂਪ ਰੂਪੀ ਘਰ ਜਾਂ ਤੁਰਿਆ ਪਾਦ ਰੂਪ ਚ ਘਰ ਚ ਨਿਵਾਸ ਹੁੰਦਾ ਤੇ ਹਮੇਸ਼ਾ ਲੋਕ ਪਰਲੋਕ ਵਿੱਚ ਸ਼ੋਭਦੇ ਹਨ। ਨਾਨਕ ਤਨ ਮਿਲਿਆ ਸੁਖ ਪਾਓ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿਤਨਾ ਗੁਰਮੁਖ ਜਨਾਂ ਨਾਲ ਮਿਲਾਪ ਕਰਕੇ ਆਤਮਿਕ ਆਨੰਦ ਪਾਉਣਾ ਕਰੀਦਾ ਹੈ। ਪੌੜੀ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਉਚਾਰਦੇ ਹਨ। ਹਰ ਤਨ ਰਤਨ ਜਵੇ ਹਰੀ। ਸੋ ਹਰੀ ਦਾ ਨਾਮ ਰੂਪੀ ਜੋ ਰਤਨ ਤੇ ਜਵੇਹਰਾ ਵਤ ਜਵਾਹਰ ਦੀ ਤਰ੍ਹਾਂ ਬੇਕੀਮਤਾ ਹੈ। ਇਸੇ ਪ੍ਰਕਾਰ ਹਰ ਧਨ ਰਤਨ ਜਵੇ ਹਰੀ। ਜੋ ਹਰੀ ਪਰਮੇਸ਼ਰ ਦਾ ਨਾਮ ਰੂਪੀ ਰਤਨ ਜਵੇਹਰ
ਰੂਪੀ ਹਰੀ ਦਾ ਨਾਮ ਰੂਪੀ ਧਨ ਹੈ, ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਾਮਾਂ ਨੂੰ ਇੱਕ ਗੁਰਮੁਖ ਨੌਜਵਾਨ ਸਿੰਘਾਂ ਦੇ ਲੰਗਰ 'ਚ ਲੰਗਰ ਵਰਤਾਉਣ ਆਉਂਦੇ 10 ਕੁ ਵਜੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਭਈ ਸਾਰੀਆਂ ਉਂਗਲਾਂ 'ਚ ਤਾਂ ਸਾਨੇ ਛਾਪਾਂ ਪਾਈਆਂ ਨੇ, ਜਦ ਆਪਾਂ ਟੋਲਟ ਜਾਂਦੇ ਹਾਂ ਅੱਜ ਕੱਲ੍ਹ ਤਾਂ ਹਰੇਕ ਜਗ੍ਹਾ 'ਤੇ ਪ੍ਰਚਾਰ ਹੋ ਰਿਹਾ ਵੀ ਸੈਨੇਟਾਈਜ਼ਰ ਕਰੋ, ਹੱਥਾਂ ਨੂੰ ਬਾਰ-ਬਾਰ ਧੋਵੋ, ਅਤੇ ਤੁਸੀਂ ਟੋਲਟ ਤੋਂ ਬਾਅਦ ਇਹ ਛਾਪਾਂ ਨੂੰ ਕਿਵੇਂ ਸਾਫ਼ ਕਰਦੇ ਹੋ ਬਾਈ। ਅਤੇ ਲੰਗਰ ਦੇ ਵਿੱਚ ਤਾਂ ਛਾਪ, ਚੂੜੀ, ਗਜਰਾ ਅਲਾਓ ਹੈ ਹੀ ਨਹੀਂ, ਕਿਉਂਕਿ ਇਹਨਾਂ 'ਚ ਮੈਲ ਫਸ ਜਾਂਦੀ ਆ। ਕੜਾਹ ਪ੍ਰਸ਼ਾਦ ਵੀ ਘੜੀ ਲਾ ਕੇ ਵਰਤਾਉਣਾ ਚਾਹੀਦਾ, ਕਿਤੇ ਪੁੱਠੀ ਕਰਕੇ ਵੇਖੋ। ਇੰਨਾ ਗੰਦ, ਜਿੰਨਾ ਕੀੜੇ ਕਰਮ ਅਤੇ ਗੰਦਗੀ ਘੜੀ 'ਚ ਹੁੰਦੀ ਹੈ, ਮੇਰੇ ਖਿਆਲ ਨਾਲ ਹੋਰ ਕਿਸੇ ਚੀਜ਼ 'ਚ ਨਹੀਂ ਹੈ। ਅੰਮ੍ਰਿਤ ਸੰਚਾਰ ਦੇ ਮੌਕੇ 'ਤੇ ਕੜਾਹ ਪ੍ਰਸ਼ਾਦ ਵਰਤਾਉਣ ਲੱਗਿਆਂ ਹੱਥ 'ਚ ਘੜੀ ਵੀ ਨਹੀਂ ਪਾਉਣੀ ਚਾਹੀਦੀ। ਝੂਠੇ ਮਿੱਠੇ ਹੱਥ ਲੱਗਦੇ ਨੇ। ਸਭ ਤੋਂ ਗੰਦਾ ਮੋਬਾਇਲ ਹੈ। ਤੋ ਕੋਈ ਵੀ ਚੀਜ਼ ਆਪਾਂ ਛਕਣੀ ਛਕਾਉਣੀ ਹੈ, ਉਂਝ ਵਰਤੋਂ ਵਿਵਹਾਰ ਦੇ ਵਿੱਚ ਤਾਂ ਮਾੜਾ ਮੋਟਾ ਹੱਥ ਪੱਲਾ ਲਾ ਕੇ ਇਹਨੂੰ ਸਾਫ਼ ਕਰ ਲਈਦਾ, ਵਰਤਣਾ ਤਾਂ ਪੈਂਦਾ ਹੀ ਹੈ। ਪਰ ਖਾਣ ਲੱਗਿਆਂ ਇਹਨਾਂ ਚੀਜ਼ਾਂ ਨੂੰ ਹੱਥ ਨਹੀਂ ਲਾਉਣੇ। ਲੰਗਰ ਵਰਤਾਉਣ ਲੱਗਿਆਂ, ਪ੍ਰਸ਼ਾਦ ਦੇ ਵਕਤ, ਅਤੇ ਇੰਝ ਜਿੱਥੇ ਸੰਗਤ ਦਾ ਵਰਤਾਰਾ ਵਰਤਦਾ ਹੋਵੇ ਅਤੇ ਉੱਥੇ ਮੋਬਾਇਲ ਨੂੰ ਵੀ ਹੱਥ ਲਾਉਣਾ ਵਿਵਰਜਿਤ ਹੈ। ਉਹਨੇ ਪਤਾ ਕੀ ਜਵਾਬ ਦਿੱਤਾ? ਕਹਿੰਦਾ ਆਖੇ ਜੀ ਇਹਦੇ 'ਚ ਉਹ ਕੀ ਕਹਿੰਦੇ ਨੇ, ਨਗ, ਸੁਨਿਆਰਿਆਂ ਦੀ ਦੁਕਾਨ 'ਤੇ ਲਿਖਿਆ ਹੁੰਦਾ ਨਾ, ਨਗ ਮਿਲਦੇ ਨੇ, ਸਾਨੂੰ ਤਾਂ ਪਤਾ ਹੀ ਨਹੀਂ ਵੀ ਉਹ ਹੁੰਦੇ ਕੀ ਬਲਾ ਨੇ, ਕਿਉਂਕਿ ਕਦੀ ਆਪਾਂ ਇਹਨਾਂ ਭੁਲੇਖਿਆਂ 'ਚ ਭਰਮ 'ਚ ਪਏ ਹੋਈ ਨਹੀਂ ਹਾਂ। ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੀ ਨਹੀਂ, ਰੱਬ ਦੇ ਨਾਮ ਦੀ ਗੱਲ ਹੁੰਦੀ ਹੈ। ਅਤੇ ਇਸ ਲਈ ਇਹ ਜੋਸ਼ੀਆਂ ਆਦਿਕ ਦੇ ਭਰਮ ਪਾਏ ਹੋਏ ਨੇ। ਮੈਨੂੰ ਕਿਹਾ ਵੀ ਬੇਨਤੀ ਇੰਝ ਹੈ ਵੀ ਜਦ ਤੂੰ ਲੰਗਰ ਵਰਤਾਉਂਦਾ ਹੈ ਤੂੰ ਉਦੋਂ ਲਾ ਲਿਆ ਕਰ, ਅਤੇ ਮੁੜ ਕੇ ਆਪਦੇ ਘਰ ਆ ਜੀ ਰਹੋ। ਗੱਲ ਤਾਂ ਗੁਰੂ ਘਰ ਦੀ ਕਰ ਰਹੇ ਹਾਂ। ਕਹਿੰਦਾ ਨਹੀਂ ਬਾਬਾ ਜੀ, ਇੱਕ ਵਾਰੀ ਪਾ ਲਈਏ ਮੁੜ ਕੇ ਲਾਈਦਾ ਨਹੀਂ। ਮੈਂ ਕਿਹਾ ਅੱਛਾ। ਜ਼ੋਰ ਲਾ ਕੇ ਹੰਭ ਗਏ। 2-3 ਸਿੰਘਾਂ ਨੇ, ਪਤਾ ਨਹੀਂ ਕਈਆਂ ਨੇ ਤਾਂ, 2 ਨੇ ਤਾਂ ਮੈਨੂੰ ਦੱਸਿਆ, ਕਈਆਂ ਨੇ ਬੇਨਤੀ ਕੀਤੀ, ਉਹ ਆਖੇ ਹੀ ਨਾ ਲੱਗੇ ਜੀ। ਰੋਜ਼ ਸੇਵਾ ਕਰਨ ਆਉਂਦੇ ਨੇ ਸ਼ਾਮਾਂ ਨੂੰ। ਤੋ ਇੱਕ ਵਾਰ ਕੁਦਰਤੀ ਲੰਗਰ 'ਚ ਐਂਟਰੀ ਕਰਦਿਆਂ ਉਹ ਮੱਥੇ ਲੱਗ ਗਿਆ। ਉੱਤੋਂ ਆ ਗਿਆ ਨਿਹੰਗ ਸਹੁੰ, ਸ਼ਸਤਰ ਬਸਤਰਾਂ ਸਹਿਤ। ਮੈਂ ਉਹਦੇ ਸਾਹਮਣੇ ਕਰਤਾ। ਮੈਂ ਕਿਹਾ ਵੀ ਇਹਦੇ ਨਾਲ ਗੱਲ ਕਰੋ। ਗੱਲ ਕਰਨ ਤੋਂ ਪਹਿਲਾਂ ਹੀ ਅਤੇ ਉਹਨੂੰ ਅਜੇ ਸਮਝ ਨਹੀਂ ਆਈ ਨਿਹੰਗ ਸਹੁੰ ਨੂੰ। ਉਹ ਜੇ ਸਮਝਾਉਣਾ ਸੀਗਾ, ਮੈਂ ਕਿਹਾ ਇਹਦੇ ਹੱਥਾਂ ਵੱਲ ਵੇਖ। ਕਹਿੰਦਾ ਹਾਂ ਵੀ ਹੱਥ ਵਿਖਾ। ਕਹਿੰਦਾ ਲਾ ਤੇ ਬਾਬਾ ਜੀ। ਦੱਸੋ, ਮਤਲਬ ਕਹਿਣ ਦਾ ਵੀ ਪਿਆਰ ਦੀ ਬੋਲੀ ਸ਼ਾਇਦ ਸਾਨੂੰ ਸਮਝ ਨਹੀਂ ਆਉਂਦੀ। ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਮਰਜ਼ਾਦਾ ਹੈ, ਜੇ ਸੱਚਮੁੱਚ ਹੀ ਅਸੀਂ ਸੇਵਾਦਾਰ ਹਾਂ ਅਤੇ ਸਾਨੂੰ ਸਮਝਣਾ ਚਾਹੀਦਾ ਕਿਸੇ ਵੀ ਅਸਥਾਨ ਦਾ ਡਿਸਿਪਲਨ, ਮਰਜ਼ਾਦਾ, ਉਹਨੂੰ ਅਸੈਪਟ ਕਰਨਾ ਚਾਹੀਦਾ। ਇਹੀ ਸਭ ਤੋਂ ਵੱਡੀ ਸਿਆਣਪ ਹੈ। ਆਪਦੀ ਵਿਆਹ ਸ਼ਾਦੀ 'ਤੇ ਕੋਈ ਰਾਜੀ ਰਹੇ, ਜਿਸ ਤਰ੍ਹਾਂ ਮਰਜ਼ੀ ਕੋਈ ਲਿਸ਼ਕ ਪੁਸ਼ਕ, ਹਾਰ ਸ਼ਿੰਗਾਰ, ਅਤੇ ਉੱਥੇ ਤਾਂ ਕੋਈ ਰੋਕ ਟੋਕ ਹੁੰਦੀ ਹੋਈ ਨਹੀਂ। ਗੁਰਦੁਆਰਿਆਂ ਦੇ ਵਿੱਚ ਹੀ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ। ਫਿਰ ਗੁਰੂ ਕੇ ਲੰਗਰ ਦੀ ਮਰਜ਼ਾਦਾ ਤਾਂ ਚੜ੍ਹਦੀ ਕਲਾ ਵਾਲੀ ਹੈ। ਤੋ ਇਸ ਵਾਸਤੇ ਮੈਂ ਬੇਨਤੀ ਕਰਨ ਲੱਗਾ ਸੀਗਾ ਕਿ ਸਾਡੇ ਮਨ ਦਾ ਭੁਲੇਖਾ ਹੈ ਵੀ ਸ਼ਾਇਦ ਨਗ ਪਾਇਆ, ਕਈ ਕਹਿੰਦੇ ਸ਼ਾਇਦ ਬਿਮਾਰੀਆਂ ਨੱਸ ਜਾਂਦੀਆਂ। ਹੁਣ ਉਹਨਾਂ ਨੂੰ ਪਤਾ ਹੋਊਗਾ ਵੀ ਉਹਨਾਂ ਕਿਉਂ ਪਾਉਂਦੇ ਨੇ ਨਗਾਂ ਵਾਲੀਆਂ ਛਾਪਾਂ। ਮੇਰੇ ਖਿਆਲ ਮੁਤਾਬਕ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ, ਕਿਉਂਕਿ ਜਿੰਨਾ ਕਿ ਸਾਡੇ ਕੋਲ ਪੈਸਾ ਹੈ ਉਸ ਹਿਸਾਬ ਦੇ ਨਾਲ ਅਸਲੀ ਚੀਜ਼ ਨਹੀਂ ਮਿਲਦੀ। ਜੇ ਬਹੁਤਾ ਦੇ ਵੀ ਦਈਏ ਤਾਂ ਧੋਖਾ ਕਰਨ ਵਾਲੇ ਬਹੁਤ ਹੀ ਜ਼ਿਆਦਾ ਚੁਸਤ ਅਤੇ ਚਲਾਕ ਨੇ। ਉਹ ਪੈਸੇ ਤਾਂ ਲੈ ਲੈਣਗੇ ਪਰ ਚੀਜ਼ ਨਕਲੀ ਤੁਹਾਨੂੰ ਦੇਣਗੇ। ਅਤੇ ਉਹ ਵੇਖਿਆ ਵੀ ਐਵੇਂ ਕਿਸ ਤਰ੍ਹਾਂ ਬਣਾਉਂਦੇ ਨੇ। ਕੱਚ ਦੀਆਂ ਜਿਹੜੀਆਂ ਬੋਤਲਾਂ ਸ਼ਰਾਬ ਵਾਲੀਆਂ, ਉਹਨਾਂ ਦੇ ਹੇਠਾਂ ਦੇ ਤਲੇ ਜਿਹੜੇ ਹੁੰਦੇ ਨੇ ਉਹ ਸੋਲਿਡ ਹੁੰਦੇ ਨੇ। ਉਹ ਗ੍ਰੈਂਡਰ 'ਤੇ ਚਾੜ ਕੇ
ਕਾਲੇ ਰੰਗ ਦਾ ਉਹ ਨੁੱਕਰਾਂ ਜਿਹੀਆਂ ਕੱਢ ਕੇ ਨਗ ਬਣਾ ਕੇ ਸੁਨਿਆਰੇ ਕੋ ਦੇ ਕੋ ਜੜ ਕੇ ਕਹਿਣਾ ਵੀ ਆ ਲਓ ਜੀ ਨਗ, ਹੈ ਕੱਚ ਦੀ ਬੋਤਲ। ਆ ਮਣਕੇ ਮੁਣਕੇ ਮੰਡਣ ਵਾਲੇ ਵੀ ਆ ਜਿਹੜੇ ਜੋਗੀ ਲੋਕ ਹੁੰਦੇ ਨੇ ਸੱਪਾਂ ਵਾਲੇ, ਤੇ ਉਹ ਵੀ ਗੱਲਾਂ ਬਾਤਾਂ ਦੇ ਲਾ ਕੇ ਬਿਸਤਰੇ ਆਦਿਕ ਵਲੇਟ ਕੇ ਅਗਾਂਹ ਜਾਂਦੇ, ਪੈਸੇ ਪੂਸੇ ਲੈ ਕੇ ਚੀਜ਼ ਉਹ ਵੀ ਨਕਲੀ ਦਿੰਦੇ। ਮਾਫ ਕਰਨਾ। ਤੋ ਜਿਨ੍ਹਾਂ ਭੁਲੇਖਿਆਂ 'ਚ ਅਸੀਂ ਪਏ ਹੋਏ ਹਾਂ ਉਹ ਇੱਕ ਭੁਲੇਖਾ ਹੈ। ਜਿਵੇਂ ਕਿਸੇ ਵੈਦ ਨੇ ਸਵਾਹ ਦੀ ਪੁੜੀ ਦੇ ਕੇ ਤੇ ਆਰਾਮ ਦਵਾਤਾ ਸੀਗਾ, ਕਹਿੰਦਾ ਜੀ ਦਵਾਈ ਬੜੀ ਚੰਗੀ ਹੈ, ਸੀ ਉਹ ਸਵਾਹ ਦੀ ਪੁੜੀ। ਜੇ ਉਹਨੂੰ ਕਿਹਾ ਵੀ ਤੂੰ ਜਵੈਣ ਫੱਕ ਲਾ, ਤੇ ਕਹਿੰਦਾ ਵੀ ਇਹਦੇ ਨਾਲ ਕੀ ਆਰਾਮ ਆਊਗਾ, ਦਿੱਤੀ ਜਵੈਣ ਹੀ, ਆਰਾਮ ਜਵੈਣ ਨਾ ਆਇਆ। ਤੇ ਉਹਨੂੰ ਭੁਲੇਖੇ 'ਚ ਪਾਉਣ ਖਾਤਰ ਵੀ ਸੋਹਣੀ ਦਵਾਈ ਦਿੱਤੀ, ਉਹ ਸਵਾਹ ਦੀ ਪੁੜੀ ਬਣਾ ਕੇ ਦੇ ਦਿੱਤੀ। ਤੋ ਇਸ ਤਰ੍ਹਾਂ ਇਹ ਸਾਡਾ ਇੱਕ ਭੁਲੇਖਾ ਹੈ। ਸੁੱਖ ਤੇ ਆਨੰਦ ਜੋ ਵੀ ਹੈ ਉਹ ਤਾਂ ਪਰਮਾਤਮਾ ਦੇ ਹੱਥ ਵੱਸ ਹੈ। ਇਹਨਾਂ ਨਗਾਂ ਦੇ ਵਿੱਚ, ਇਹਨਾਂ ਹੀਰਿਆਂ ਦੇ ਵਿੱਚ, ਇਹਨਾਂ ਰਤਨਾਂ 'ਚ ਕੱਖ ਨਹੀਂ ਪਿਆ ਹੋਇਆ। ਪੱਥਰਾਂ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਹਨ। ਇਸ ਲਈ ਮਹਾਰਾਜ ਕਹਿੰਦੇ ਹਰ ਤਨ ਰਤਨ ਜਵੇ ਹਰੀ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੌੜੀ ਮਹੱਲਾ ਪੰਜਵਾ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, 8 ਪਹਿਰ ਯਾਰਾ ਦੀਆ, ਪੂਰਨ ਸਤਿਗੁਰ ਗਿਆਨ। ਗੁਰੂ ਸਾਹਿਬ ਦੇ ਘਰ ਦੀ ਸੇਵਾ ਕਰਨ ਤੋਂ ਤੇ ਮਹਾਰਾਜ ਦੀ ਬਾਣੀ ਪੜ੍ਹਨ ਤੋਂ ਸਾਰੇ ਦੁੱਖ ਕਲੇਸ਼ ਸਰੀਰਕ ਔਰਾਂ ਖਤਮ ਹੋ ਜਾਂਦੀਆਂ ਨੇ ਆਪਣੇ ਆਪ ਹੀ। ਸੋ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਇਸ ਲਈ ਸਭ ਤੋਂ ਉੱਤਮ ਹੀਰਾ ਲਾਲ ਅਮੋਲ ਕਹਿੰਦੇ ਨੇ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਰੱਖਿਆ ਕੁੰਜੀ ਦੇ ਅੰਦਰ ਹੈ, ਜੋ ਸੰਤਾਂ ਦੇ ਹੱਥ ਮਹਾਰਾਜ ਨੇ ਸੰਗਤ ਦੇ ਹੱਥ ਫੜਾਈ ਹੈ। ਕੀਰਤਨ ਇੱਕ ਸਭ ਤੋਂ ਉੱਤਮ ਮੁੱਲ ਤੋਂ ਰਹਿਤ ਹੀਰਾ ਹੈ। ਸੋ ਮਹਾਰਾਜ ਦਾ ਸ਼ਬਦ ਰਤਨ ਹੈ। ਬਾਣੀ ਦੇ ਬਰਾਬਰ ਕੋਈ ਵੀ ਨਗ ਜਾਂ ਰਤਨ ਨਹੀਂ ਪਹੁੰਚ ਸਕਦਾ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਤੋ ਇਹੀ ਆਪਦੇ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ। ਹੋਰ ਕੋਈ ਸੋਨੇ ਦਾ ਕੜਾ